स्वागत करता जी एक बार फिर आप सब का अज के इस प्रोग्राम के पिछले हफ्ते कुलवंत सिंह वसीर होरां ने साडे कोल इत्थे आके गलबात की सी कि रब है की है, नाल ही इन्होंने धुन की गल की सी, पंज शब्द की भी गलबात की सी। सो थ्योरेटिकल परसपैक्टिव जो लैके आए सी गुरु ग्रंथ साहब जी का इन्होंने हवाला दिता, बाइबल का दिता, उस तो बाद कुरान शरीफ भी इन्होंने पढ़ के सानू सुनाया कि धुन जो है यही आधार है इस जीवन का, इस संसार का। आओ इसी संबंध में अज होर गलबात करते हैं कि इसदियां प्रैक्टिकल इंप्लीकेशनस किवें कीतियां जा सकदियां ने, इस स्टेट ऑफ माइंड दे विच किवें आया जा सकता है कि हर एक कोई व्यक्ति आ सकता है या इस वास्ते कोई अभ्यास करने की लोड़ होंदी है, ये है कि है, इस बारे गलबात करते हैं। जी आनु जी, वेलकम टू द प्रोग्राम। सत श्री अकाल जी। सो पिछले हफ्ते जिस तरह तुसीं विस्तार में साडे नाल गलबात की, तुसीं तुकां भी पढ़ियां, सब कुछ दस्सिया। हुण ये दसो कि इस लैवल ते पहुंचण वास्ते, ये आवाज़ सुनने वास्ते जिहड़ा है कि ये नॉर्मल असी एक व्यक्ति वो सुन सकता है या इस वास्ते तुहानूं कोई अभ्यास करने की लोड़ होंदी है? नहीं, मेरा कोई अभ्यास नहीं है जी। अच्छा जी। मैं तो जिस तरह पंजा प्यारिਆਂ ने दसिया सीगा भी पंजा बाणियां दे पाठ करो ते जो उन्होंने ਦਿੱਤੀ ਸੀਗੀਆਂ, ਰਾਈਟ, ਉਹਨਾਂ ਨੂੰ ਫੋਲੋ ਕਰਦਾ ਰਿਹਾ ਸਾਰਾ। ਠੀਕ ਹੈ। ਹਾਂਜੀ। ਤੇ ਇਹਦੇ 'ਚ ਮੇਰੀ ਕੋਈ ਕੋਸ਼ਿਸ਼ ਨਹੀਂ ਹੈਗੀ। ਓਕੇ। ਇਹ ਤੇ ਉਹਦੀ ਕਿਰਪਾ ਹੈ ਪਰਮਾਤਮਾ ਦੀ। ਰਾਈਟ। ਮੇਰੀ ਆਪਣਾ ਕੋਈ ਐਫਰਟਸ ਨਹੀਂਗਾ। ਸੋ ਇਹਦੇ 'ਚ ਕੁਲਵੰਤ ਸਿੰਘ ਜੀ ਤੁਹਾਡੇ ਤੇ ਕਿਰਪਾ ਹੋਈ, ਤੁਹਾਨੂੰ ਉਹ ਆਵਾਜ਼ਾਂ ਸੁਣਾਈ ਦਿੰਦੀਆਂ ਹੈਗੀਆਂ ਨੇ ਜਿਹੜੀਆਂ ਕਿ ਉਹ ਪੰਜ ਧੁਨੀ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਧੁਨੀ ਨਾਲ ਰਿਲੇਟਡ ਨੇ, ਜਿਹੜਾ ਤੁਸੀਂ ਜ਼ਿਕਰ ਕੀਤਾ, ਪਰ ਇਹਦੇ ਨਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਆਇਆ, ਕੀ ਤੁਹਾਨੂੰ ਹੋਇਆ ਕੀ ਇਹਦੇ ਨਾਲ? ਇਹਦੇ ਜੀਵਨ 'ਚ ਦੇਖੋ ਜੀ, ਜੇ ਆਪਾਂ ਕਹੀਏ ਕਿ ਭਈ ਕੋਈ ਫਾਈਨੈਂਸ਼ੀਅਲੀ ਸਾਨੂੰ ਕੋਈ ਉਹਦਾ ਫਾਇਦਾ ਹੋ ਗਿਆ ਜਾਂ ਕੋਈ ਵੀ ਅੱਗੇ ਪਿੱਛੇ ਦੀ ਸੋਝੀ ਹੋ ਗਈ, ਨੋ। ਓਕੇ। ਨਾ ਇਹਦੇ 'ਚ ਸਾਨੂੰ ਅਗਲੇ ਪਾਸੇ ਦਾ ਗਿਆਨ ਹੁੰਦਾ, ਨਾ ਪਿਛਲੇ ਦਾ ਗਿਆਨ ਹੁੰਦਾ। ਠੀਕ ਹੈ। ਸਿਰਫ ਇਹਦੇ 'ਚ ਇਹ ਹੈ ਕਿ ਦਿਮਾਗ ਜਿਹੜਾ ਸੀ ਉਹ ਖੁੱਲ ਗਿਆ ਵੀ ਜਿਹੜਾ ਸੋਚਣ ਦਾ ਸਾਡਾ ਦਾਇਰਾ ਸੀਗਾ, ਇੱਕ ਸੀਮਤ ਦਾਇਰੇ ਅੰਦਰ ਸੋਚਦੇ ਸੀਗੇ। ਜਿੱਦਾਂ ਮੈਂ ਵੀ ਪੱਗ ਬੰਨਦਾ ਸੀ, ਸਾਰਾ ਕੁਝ ਕਰਦਾ ਸੀਗਾ। 1984 'ਚ ਮੈਂ ਵੀ ਤਲਵਾਰ ਲੈ ਕੇ ਲੋਕਾਂ ਦੇ ਮਗਰ ਭੱਜਦਾ ਰਿਹਾ। ਉਹ ਜਿਹੜੀ ਮੇਰੀ ਥਿੰਕਿੰਗ ਸੀਗੀ ਉਹ ਚੇਂਜ ਹੋ ਗਈ ਆ। ਓਕੇ। ਹੁਣ ਮੇਰਾ ਜਿਹੜਾ ਦਾਇਰਾ ਸੋਚਣ ਦਾ ਉਹ ਪੂਰੇ ਵਰਲਡ ਨੂੰ ਸੋਚਦਾ, ਉਹਦੇ ਪੂਰੇ ਵਰਲਡ ਬਾਰੇ ਸੋਚਦਾ, ਕਿਸੇ ਇੱਕ ਪਾਰਟੀਕੂਲਰ ਧਰਮ ਬਾਰੇ ਨਹੀਂ ਸੋਚਦਾ, ਸਿਰਫ ਇਨਸਾਨੀਅਤ ਬਾਰੇ ਸੋਚਦਾ ਔਰ ਪੂਰੀ ਦੁਨੀਆ ਬਾਰੇ। ਸੋ ਧਰਮ ਤੋਂ ਉੱਤੇ ਉੱਠ ਕੇ ਤੁਸੀਂ ਧਰਮ ਤੋਂ ਸਪਿਰਚੁਅਲ ਉੱਪਰ ਉੱਠ ਕੇ ਜਿਹੜਾ ਪੂਰੀ ਸ੍ਰਿਸ਼ਟੀ ਜਿਹੜੀ ਆ, ਜਿਸ ਤਰ੍ਹਾਂ ਇੱਕ ਬੰਦਾ ਬੈਠ ਕੇ ਉੱਪਰ ਦੇਖਦਾ ਸਾਰਾ ਪੂਰਾ ਗਲੋਬਲ ਨੂੰ ਅਸੀਂ ਦੇਖਦੇ ਹਾਂ, ਬੈਠੇ ਬੈਠੇ ਅਸੀਂ ਗਲੋਬਲ ਦੇਖਦੇ ਹਾਂ, ਸਾਰੇ ਦੇਸ਼ ਘੁੰਮੀ ਜਾਂਦੇ ਹਾਂ। ਇਸੇ ਤਰੀਕੇ ਨਾਲ ਹੀ ਜਿਹੜਾ ਸਾਡਾ ਜਿਹੜਾ ਸੋਚਣ ਦਾ ਦਾਇਰਾ ਹੈ ਉਹ ਇੱਕ ਚੀਜ਼ ਤੋਂ ਨਿਕਲ ਕੇ, ਜਿੱਦਾਂ ਇੱਕ ਘੜੇ ਚੋਂ ਨਿਕਲ ਕੇ ਅਸੀਂ ਇੱਕ ਸਮੁੰਦਰ ਦੇ ਵਿੱਚ ਚਲੇ ਜਾਂਦੇ ਹਾਂ। ਉਹ ਸਾਡੀ ਜਿਹੜੀ ਸੋਚਣ ਦੀ ਜਿਹੜੀ ਸ਼ਕਤੀ ਆ ਉਹ ਸਾਡੀ ਬੜੀ ਵਿਸ਼ਾਲ ਹੋ ਜਾਂਦੀ ਆ। ਓਕੇ। ਅਸੀਂ ਸਾਰਿਆਂ ਬਾਰੇ ਸੋਚਦੇ ਆ ਪਿਆ। ਸੋ ਜਿਹੜਾ ਇੱਕ ਛੋਟਾਪਨ ਹੈ ਉਹ ਨਿਕਲ ਜਾਂਦਾ ਸਾਡੇ ਅੰਦਰੋਂ। ਉਹ ਆਵਾਜ਼ ਸੁਣਨ ਨਾਲ ਤੁਹਾਡਾ ਕਹਿਣਾ ਹੈ ਕਿ ਤੁਸੀਂ ਇਹ ਵਾਈਡਰ ਵਿਜ਼ਨ ਕਰ ਲਿਆ ਆਪਣਾ? ਉਹ ਸਮਝ ਲਓ ਸਾਰਾ ਜਿਹੜਾ ਸਾਡੀ ਥਿੰਕਿੰਗ ਹੈ ਉਹ ਬੜੀ ਵੱਡੀ, ਬੜਾ ਇੱਕਦਮ ਬਹੁਤ ਹਾਈ ਲੈਵਲ ਤੇ ਸੋਚਣ ਲੱਗ ਜਾਂਦੇ ਤੁਸੀਂ। ਓਕੇ। ਇਸ ਸੋਚਣ ਨਾਲ, ਹਾਈ ਲੈਵਲ ਤੇ ਸੋਚਣ ਨਾਲ ਫਰਕ ਕੀ ਪਿਆ ਤੁਹਾਡੇ ਜੀਵਨ ਦੇ ਵਿੱਚ? ਫਰਕ ਇਹੀ ਆ ਵੀ ਸਾਰੇ ਜਿਹੜੇ ਜੀਵ ਜੰਤੂ ਜਿਹੜੇ ਆ ਸਾਨੂੰ ਇੱਕੋ ਜਿਹੇ ਨਜ਼ਰ ਆਉਂਦੇ ਆ। ਰਾਈਟ। ਪਰ ਉਹ ਤਾਂ ਹਰ ਇੱਕ ਧਰਮ ਇਹੀ ਕਹਿੰਦਾ ਹੈ ਕਿ ਹਰ ਕਿਸੇ ਦਾ ਸਤਿਕਾਰ ਕਰੋ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਕਹਿੰਦੇ ਹਾਂ ਰੋਜ਼, ਅਸੀਂ ਤਾਂ ਹਮੇਸ਼ਾ ਸਭ ਦੇ ਸਰਬਤ ਦੇ ਭਲੇ ਦੀ ਗੱਲ ਕਰਨੇ ਆ। ਸੋ ਫਿਰ ਉਹ ਸਿਰਫ ਆਵਾਜ਼ ਸੁਣਨ ਨਾਲ ਹੀ ਜੇ ਇਹੀ ਚੇਂਜ ਆਣਾ ਹੈ, ਤੇ ਇਹ ਜੇਕਰ ਇੱਕ ਆਮ ਵਿਅਕਤੀ, ਜੇਕਰ ਕਿਸੇ ਮੇਰੇ ਤੇ ਕਿਰਪਾ ਨਹੀਂ ਹੋਈ ਜਿਸ ਤਰ੍ਹਾਂ ਤੁਹਾਡੇ ਤੇ ਕਿਰਪਾ ਹੋਈ, ਤਾਂ ਮੈਂ ਬਜਾਏ ਕਿ ਸਿਰਫ ਇਹ ਵੇਟ ਕਰਾਂ ਕਿ ਮੈਨੂੰ ਉਹ ਆਵਾਜ਼ ਆਵੇ, ਮੈਂ ਪਹਿਲਾਂ ਹੀ ਕਿਉਂ ਨਾ ਆਪਣਾ ਨਜ਼ਰੀਆ ਚੇਂਜ ਕਰ ਲਵਾਂ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜੀ, ਕਿ ਜਿੰਨੇ ਵੀ ਸਾਡੇ ਪੀਰ ਪੈਗੰਬਰ ਆਏ ਜੀ, ਸਾਰਿਆਂ ਦੀ ਫਿਲਾਸਫੀ ਇੱਕੋ ਹੀ ਸੀਗੀ। ਠੀਕ। ਰਾਈਟ। ਗੁਰੂ ਨਾਨਕ ਦੇਵ ਜੀ ਆਏ, ਕਦੀ ਉਹਨਾਂ ਨੇ ਮੁਹੰਮਦ ਸਾਹਿਬ ਬਾਰੇ ਕੋਈ ਗੱਲ ਨਹੀਂ ਕੀਤੀ। ਬਿਲਕੁਲ। ਜਾਂ ਉਹਨਾਂ ਨੇ ਕਿਸੇ ਰਾਮ ਕ੍ਰਿਸ਼ਨ ਬਾਰੇ ਕਿਸੇ ਨੂੰ ਬੁਰਾ ਭਲਾ ਨਿੰਦਿਆ ਨਹੀਂ ਕਿਸੇ ਨੂੰ, ਨਿੰਦਿਆ ਨਹੀਂ ਕਿਸੇ ਨੇ ਕੀਤੀ। ਬਿਲਕੁਲ ਬਿਲਕੁਲ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਸਾਡੇ ਪੀਰ ਪੈਗੰਬਰ ਆ, ਜਿਹੜੇ ਵੀ ਸਾਡੇ ਧਰਮ ਨੇ, ਉਹਨਾਂ ਦੇ ਜਿਹੜੇ ਆਗੂ ਨੇ, ਉਹਨਾਂ ਨੇ ਕਦੀ ਇੱਕ ਦੂਜੇ ਦੇ ਧਰਮ ਦੀ ਜਿਹੜਾ ਕ੍ਰਿਟਿਸਾਈਜ਼ ਨਹੀਂ ਕੀਤਾ। ਰਾਈਟ। ਫਿਰ ਜਿਹੜੇ ਲੋਕ ਨੇ, ਜਿਹੜੇ ਉਹਨਾਂ ਦੇ ਫਲੋਅਰ ਨੇ ਜੀ, ਉਹਨਾਂ ਨੂੰ ਫੋਲੋ ਕਰ ਰਹੇ ਨੇ ਜੀ, ਉਹਨਾਂ ਅੰਦਰ ਲੜਾਈ ਦਾ ਕਿਉਂ ਹੁੰਦੀ ਆ, ਕਿਉਂ ਉਹਨਾਂ ਦਾ ਵੱਧ ਘੱਟ ਹੁੰਦਾ, ਕਿਉਂ 84 ਦਾ ਜਾਂ 1947 ਦਾ ਜਾਂ ਫਿਰ ਜੋ ਇਹ ਕਤਲੇਆਮ ਹੁੰਦੇ ਆ ਜੀ, ਉਹ ਕਿਉਂ ਹੁੰਦੇ ਆ? ਉਹ ਤਾਂ ਫਿਰ ਸਿਆਸਤ ਹੋਈ ਨਾ ਜੀ। ਸਿਆਸਤ ਤੇ ਹੈਗੀ ਆ, ਲੇਕਿਨ ਉਹ ਸਿਆਸਤਦਾਨ ਜਿਹੜਾ ਵੇ ਉਹ ਕੱਲਾ ਤਾਂ ਨਹੀਂ ਹੁੰਦਾ, ਲੋਕ ਲੜਦੇ ਪਏ ਨੇ। ਠੀਕ। ਰਾਈਟ। ਸੋ ਜੇ ਸਾਡੇ ਦਿਮਾਗ ਦੇ ਅੰਦਰ ਇਹ ਗੱਲਾਂ ਸਾਰੀਆਂ ਆ ਜਾਣ, ਰਾਈਟ, ਵੀ ਇਹ ਜਿੰਨੇ ਵੀ ਧਰਮ ਹੈ ਸਾਰੇ ਇੱਕੋ ਜਿਹੇ ਹੀ ਆ, ਸਾਰਿਆਂ ਦੀ ਫਿਲਾਸਫੀ ਸੇਮ ਹੈ, ਸਾਇੰਸ ਦੀ ਫਿਲਾਸਫੀ ਸੇਮ ਹੈਗੀ ਆ, ਰਾਈਟ,
ਉਹ ਸਾਰੇ ਲਿਖਦੇ ਪਏ ਆ ਗੋਡ ਇਜ਼ ਵਨ, ਉਸ ਦੇ ਬਾਵਜੂਦ ਵੀ ਡਾਂਗਾ ਲੈ ਕੇ ਖੜਕੀ ਜਾਂਦੇ ਹਾਂ ਅਸੀਂ। ਰਾਈਟ। ਕਿਉਂ? ਕਿਉਂਕਿ ਅਵੇਅਰਨੈਸ ਨਹੀਂ ਹੈਗੀ। ਅਸੀਂ ਧਰਮ ਨੂੰ ਸਿਰਫ ਇੱਕ ਰਿਚੁਅਲਾਈਜ਼ਡ ਕਰਤਾ ਕਿ ਕੁਝ ਅਸੀਂ ਕਿਰਿਆ ਕਰੀਏ ਤੇ ਉਸ ਨਾਲ ਅਸੀਂ ਸਮਝਨੇ ਕਿ ਅਸੀਂ ਰੱਬ ਦੀ ਅਸੀਂ ਬਖਸ਼ਿਸ਼ ਸਾਡੇ ਤੋਂ ਹੋ ਜਾਏਗੀ, ਜਾਂ ਅਸੀਂ ਆਪਣੀ ਇੱਕ ਸਾਨੂੰ ਜਿਹੜਾ ਦੱਸਿਆ ਗਿਆ ਕਿ ਜੀ ਰੱਬ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਥਰੂ ਰਿਚੁਅਲਸ, ਉਹ ਅਸੀਂ ਮੰਨ ਲਿਆ। ਹਾਂਜੀ, ਮੈਂ ਇਸੇ ਅਵੇਅਰਨੈਸ ਵਾਸਤੇ ਹੀ ਮੈਂ ਇੱਥੇ ਤੁਹਾਡਾ ਪ੍ਰੋਗਰਾਮ ਕਰਨ ਆਇਆ ਵਾਂ। ਰਾਈਟ। ਨਹੀਂ ਤਾਂ ਮੈਂ ਤਾਂ ਮਜ਼ੇ ਲਈ ਜਾਂਦਾ, ਸੁਣੀ ਜਾਂਦਾ ਆਰਾਮ ਨਾਲ। ਠੀਕ। ਰਾਈਟ। ਮੈਂ ਇਹ ਅਵੇਅਰਨੈਸ ਲਿਆਉਣਾ ਚਾਹੁੰਦਾ ਵਾਂ ਕਿ ਵੀ ਜਿਹੜੇ ਗ੍ਰੰਥ ਨੇ ਇਹਨਾਂ ਦੇ ਅੰਦਰ ਕੀ ਹੈ, ਕੀ ਲਿਖਿਆ, ਇਹਨਾਂ ਦੀ ਫਿਲਾਸਫੀ ਕੀ ਹੈਗੀ ਆ, ਠੀਕ ਹੈ, ਇਹ ਲੋਕਾਂ ਦੇ ਅੰਦਰ ਦੱਸਣਾ ਚਾਹੁੰਦਾ। ਬਿਲਕੁਲ। ਸੋ ਉਹਦੇ ਵਾਸਤੇ ਤੁਹਾਡੇ ਤੇ ਤੁਸੀਂ ਕਿਹਾ ਬਖਸ਼ਿਸ਼ ਹੋਗੀ, ਤੁਸੀਂ ਕੁਝ ਕੀਤਾ ਨਹੀਂ, ਪਰ ਮੈਂ ਵੀ ਜੇ ਬਖਸ਼ਿਸ਼ ਲੈਣਾ ਚਾਹਨਾ ਤਾਂ ਮੇਰੇ ਤੇ ਕਿਵੇਂ ਹੋਵੇ? ਕੁਝ ਤਾਂ ਕਰਾਂਗਾ ਮੈਂ, ਕੁਝ ਤਾਂ ਕਰਨਾ ਪਏਗਾ ਮੈਨੂੰ। ਉਹ ਤੁਹਾਨੂੰ ਦੱਸਿਆ ਵੀ ਮੈਂ ਤੇ ਪਾਠ ਹੀ ਕਰਦਾ ਰਿਹਾ ਸੀਗਾ। ਠੀਕ ਹੈ। ਪਾਠ ਕਰਦਾ ਸੀ ਸਵੇਰੇ ਉੱਠ ਕੇ, ਵੀ ਹੁਣ ਮੇਰੇ ਉਹਦੇ ਚ ਮੇਰਾ ਐਫਰਟਸ ਹੈ ਜਾਂ ਉਹਦੀ ਕਿਰਪਾ ਵੀ ਮੈਂ ਡਿਫਾਈਨ ਨਹੀਂ ਕਰ ਸਕਦਾ। ਪਰ ਦੂਸਰੇ ਪਾਸੇ ਸਾਨੂੰ ਇਹ ਵੀ ਕਿਹਾ ਹੈ ਕਿ ਪੜ ਗੱਡੀ ਲੱਦੀਏ ਕਿ ਅਸੀਂ ਸਿਰਫ ਪਾਠ ਨੂੰ ਪੜ੍ਹੇ ਨਹੀਂ ਜਾਣਾ, ਅਸੀਂ ਉਸ ਨੂੰ ਇੰਪਲੀਮੈਂਟ ਵੀ ਕਰਨਾ ਹੈ। ਅਤੇ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿ ਸਿੱਖੀਜ਼ਮ ਦੇ ਵਿੱਚ ਸਾਨੂੰ ਜਿਹੜੀ ਇੱਕ ਚੀਜ਼ ਦੇ ਉੱਤੇ ਐਮਫਸਾਈਜ਼ ਕੀਤਾ ਗਿਆ ਕਿ ਸਮਝ ਕੇ ਪੜ੍ਹਨਾ ਹੈ, ਉਹ ਸਮਝ ਕੇ ਪੜ੍ਹ ਕੇ ਗ੍ਰਹਿਣ ਕਰਨਾ ਹੈ, ਇਹ ਚੀਜ਼ਾਂ ਨੂੰ ਕਰਨਾ ਹੈ। ਤੇ ਜੇਕਰ ਸਿਰਫ ਮੈਂ ਪੜ੍ਹੀ ਜਾਵਾਂ ਫਿਰ ਤਾਂ ਪੜ ਗੱਡੀ ਲੱਦੀਏ ਵਾਲੀ ਜਿਹੜੀ ਤੁਕ ਹੈਗੀ ਉਹ ਸਾਡੇ ਤੇ ਲਾਗੂ ਹੋ ਜਾਂਦੀ ਹੈ। ਨਹੀਂ, ਤੁਸੀਂ ਪੜ੍ਹਨਾ ਤਾਂ ਸ਼ੁਰੂ ਕਰੋ ਨਾ। ਠੀਕ। ਪੜ੍ਹਨਾ ਸ਼ੁਰੂ ਕਰੋਗੇ ਪਹਿਲੇ, ਉਹਦਾ ਕੀ ਨਾਮ ਹੈ, ਫਿਰ ਆਸਤਾ ਆਸਤਾ ਕਿਰਪਾ ਵੀ ਹੋਣੀ ਹੋ ਜਾਏਗੀ। ਪੜ੍ਹਨੀ ਸ਼ੁਰੂ ਕਰੋ, ਸੋਚਣ ਲੱਗੋ, ਸਮਝਣ ਲੱਗੋ ਉਹਨੂੰ। ਆਸਤਾ ਤਾਂ ਆਪਣੇ ਆਪ ਹੀ ਜੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਉਹ ਵੀ ਕੋਸ਼ਿਸ਼ ਕਰੇਗਾ ਓਕੇ ਉਹ ਸਮਝਾਉਣ ਦੀ ਤੁਹਾਨੂੰ। ਠੀਕ ਹੈ। ਬਾਕੀ ਜੇ ਕਿਰਪਾ ਦੀ ਗੱਲ ਨਾਲੇ ਇਮਾਨਦਾਰੀ ਨਾਲ ਵਗੈਰਾ ਸਾਰੇ ਜਿੰਨੇ ਵੀ ਪੰਜਾਂ ਪਿਆਰੇ ਨੇ ਸਾਨੂੰ ਆਖਿਆ ਸੀਗਾ ਉਹ ਕਰਦੇ ਰਹੇ ਆ ਜੀ। ਲੇਕਿਨ ਜਦੋਂ ਮੈਂ ਇਹ ਸਾਰਾ ਕੁਝ ਸੁਣਨ ਲੱਗਾ, ਤੁਹਾਨੂੰ ਦੱਸਿਆ ਮੇਰਾ ਸਾਰਾ ਜਿਹੜਾ ਪਰਸਪੈਕਟਿਵ ਚੇਂਜ ਹੋ ਗਿਆ, ਜਦੋਂ ਸਾਰਾ ਜਿਹੜਾ ਸੀਗਾ ਸਿਸਟਮ ਹੀ ਚੇਂਜ ਹੋ ਗਿਆ ਮੇਰਾ। ਰਾਈਟ। ਫਿਰ ਮੇਰਾ ਸਾਰਾ ਹੁਲੀਆ ਹੀ ਚੇਂਜ ਹੋ ਗਿਆ। ਠੀਕ। ਤੋ ਜਿਹੜੀ ਉਹਦੀ ਸੋਚਣ ਦੀ ਸ਼ਕਤੀ ਸੀਗੀ, ਉਹਦਾ ਲੈਵਲ ਹੀ ਇੰਨਾ ਹੋ ਗਿਆ ਕਿ ਸਾਰਾ ਕੁਝ ਤੇ ਸੇਮ ਹੀ ਹੈ, ਮੈਨੂੰ ਉਹ ਚੀਜ਼ਾਂ ਦੀ ਲੋੜ ਹੀ ਨਹੀਂ ਹੈ। ਰਾਈਟ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਸੋ ਕੀ ਰੱਬ ਦੀ ਪ੍ਰਾਪਤੀ ਹੋ ਗਈ ਤੁਹਾਨੂੰ? ਮਤਲਬ ਮੈਂ ਹੁਣ ਇੱਕ ਗੱਲ ਹੋਰ ਆ ਜੀ ਕਿ ਜੇ ਮੈਂ ਤੁਹਾਨੂੰ ਕਿਹਾ ਸੀ ਸ਼ੁਰੂ ਦੇ ਅੰਦਰ ਕਿ 50% ਜਿਹੜਾ ਮੈਂ ਠੀਕ ਕਿ ਉਹ ਉੱਥੇ ਤੱਕ ਪਹੁੰਚਿਆ। ਕਿੱਥੋਂ ਤੱਕ ਪਹੁੰਚਿਆ? 50% ਇਹ ਹੈ ਕਿ ਜਿਹੜੀ ਗੱਲ ਉਹਨਾਂ ਨੇ ਸ਼ੁਰੂ ਕੀਤੀ ਸੀ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦ ਹੀ ਫਿਰ ਉਪਤ ਹੋਇਆ। ਹੁਣ ਉਹ ਸ਼ਬਦ ਤੱਕ ਤੇ ਪਹੁੰਚ ਗਿਆ। ਰਾਈਟ। ਲੇਕਿਨ ਮੈਂ ਜਦੋਂ 15-16 ਸਾਲ ਤੋਂ ਸੁਣਦਾ ਪਿਆ ਸੀਗਾ, ਉਸ ਤੋਂ ਅੱਗੇ ਵੀ ਮੈਂ ਰਿਸਰਚ ਕਰਦਾ ਪਿਆ ਸੀ 15-16 ਸਾਲ ਤੱਕ, ਵੀ ਉਹ ਜਿਹੜਾ ਸ਼ਬਦ ਆ, ਸ਼ਬਦ ਤੋਂ ਇਹ ਸਾਰੀ ਦੁਨੀਆ ਬਣੀ ਕਿੱਦਾਂ। ਠੀਕ ਹੈ। ਇਸ ਚੀਜ਼ ਉੱਤੇ ਮੈਂ ਅੱਗੇ ਖੋਜ ਕਰਦਾ ਰਿਹਾ, ਤਾਂ ਹੀ ਸਾਰੇ ਜਿਹੜੇ ਹੋਰ ਦੂਜੇ ਗ੍ਰੰਥ ਸੀ ਉਹਨਾਂ ਦੀ ਸਟੱਡੀ ਕੀਤੀ ਮੈਂ। ਰਾਈਟ। ਪਰ ਉਹਦੇ ਬਾਰੇ ਉਹ ਸਾਰੇ ਸਾਇਲੈਂਟ ਨੇ। ਉਹ ਕੁਝ ਨਹੀਂ ਦੱਸਦੇ ਪਏ ਵੀ ਸ਼ਬਦ ਜਿਹੜਾ ਹੈ, ਸ਼ਬਦ ਜਿਹੜੀ ਧੁਨ ਹੈ, ਉਸ ਤੋਂ ਅੱਗੇ ਉਹਦੇ ਤੋਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਡਿਵੈਲਪ ਹੋਇਆ। ਰਾਈਟ। ਕਿਸ ਤਰੀਕੇ ਦੇ ਨਾਲ ਵਿਕਸਿਤ ਹੋਇਆ, ਜਿੰਨਾ ਵੀ ਦੁਨੀਆ ਸਾਰੀ ਬਣੀ ਹੈ, ਇਹ ਸਾਰੀ ਕਿਸ ਤਰੀਕੇ ਨਾਲ ਉਸ ਸ਼ਬਦ ਤੋਂ ਉਸ ਚੀਜ਼ ਨੂੰ ਉਹਨਾਂ ਨੇ ਡਿਫਾਈਨ ਨਹੀਂ ਕੀਤਾ। ਬਸ ਇੱਕ ਉਹ ਤੁਕ ਲਿਖ ਕੇ ਉਤਪਤ ਪਰਲੋ ਸ਼ਬਦ ਹੋਵੇ। ਠੀਕ। ਉਸ ਤੋਂ ਅੱਗੇ ਉਸ ਚੀਜ਼ ਨੂੰ ਡਿਫਾਈਨ ਨਹੀਂ ਕੀਤਾ ਗਿਆ ਵੀ ਉਸ ਸ਼ਬਦ ਤੋਂ ਇਹ ਸਾਰਾ ਕੁਝ ਬਣਿਆ ਕਿੱਦਾਂ। ਠੀਕ। ਇਸ ਚੀਜ਼ ਉੱਤੇ ਮੈਂ ਅੱਗੇ ਖੋਜ ਕਰਦਾ ਰਿਹਾ, ਔਰ ਮੇਰੀ ਹਾਲੇ ਖੋਜ ਜਾਰੀ ਹੈ। ਉਹ ਹਾਲੇ ਮੈਂ ਉੱਥੇ ਉਹ ਤਾਂ ਹੀ ਮੈਂ ਕਿਹਾ 50% ਤੱਕ ਮੈਂ ਗਿਆ। ਰਾਈਟ। ਉਸ ਚੀਜ਼ ਦੀ ਖੋਜ ਕਰਦਾ ਪਿਆ। ਠੀਕ। ਵੀ ਇਹ ਸਾਰਾ ਉਹ ਸ਼ਬਦ ਤੋਂ ਉਤਪਤੀ ਜਿਹੜੀ ਹੋ ਰਹੀ ਆ ਜੀ, ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ। ਸੋ ਹਰ ਇੱਕ ਕੋਈ ਕੰਮ ਜੋ ਵੀ ਵਿਅਕਤੀ ਕਰਦਾ ਹੈ ਉਸ ਵਿੱਚ ਮੁੱਖ ਮਕਸਦ ਤਾਂ ਇਹੀ ਹੁੰਦਾ ਹੈ ਕਿ ਸਾਡੀ ਕੁਝ ਪ੍ਰਾਪਤੀ ਹੋਵੇ। ਐਂਡ ਜੇਕਰ ਕੋਈ ਐਂਡ ਨਹੀਂ ਪਤਾ ਹੋਏ ਤਾਂ ਵਿਅਕਤੀ ਕੁਝ ਕਰਦਾ ਨਹੀਂ ਹੈਗਾ। ਪਰ ਸਿਰਫ ਆਵਾਜ਼ ਸੁਣਨ ਦੇ ਨਾਲ, ਜੇਕਰ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕਿਹਾ ਕਿ ਇਸ ਨੂੰ ਪ੍ਰੈਕਟੀਕਲੀ ਜਿਹੜੀ ਇੰਪਲੀਕੇਸ਼ਨਸ ਨੇ ਇਹਦੀਆਂ, ਉਹਦੇ ਬਾਰੇ ਮੈਂ ਚਾਹਾਂਗਾ ਥੋੜ੍ਹਾ ਜਿਹਾ ਗੱਲਬਾਤ ਕਰੀਏ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੁਲਵੰਤ ਸਿੰਘ ਵਸੀਰ ਜੀ ਨਾਲ ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਇਹਨਾਂ ਨੇ ਵੇਰੀਅਸ ਥਿਊਰੀਜ਼ ਦੀ ਗੱਲਬਾਤ ਕੀਤੀ, ਪ੍ਰੈਕਟੀਕਲ ਇੰਪਲੀਕੇਸ਼ਨਸ ਦੇ ਬਾਰੇ ਵੀ ਗੱਲਬਾਤ ਕੀਤੀ ਹੈ। ਪਰ ਆਓ ਇਸ ਦੇ ਨਾਲ ਕੀ ਸਾਡੇ ਜੀਵਨ ਵਿੱਚ ਪਰਿਵਰਤਨ ਆ ਸਕਦਾ ਹੈ ਇਸ ਧੁਨ ਦੇ ਨਾਲ? ਸ਼ਬਦ ਨੇ ਇਹ ਧਰਤੀ, ਇਹ ਸੰਸਾਰ, ਇਹ ਯੂਨੀਵਰਸ ਜੋ ਹੈ ਪੈਦਾ ਕੀਤਾ, ਇਹ ਤਾਂ ਪਤਾ ਹੋ ਗਿਆ। ਬਟ ਅਗੇਨ ਸਾਡੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਕਿਸ ਤਰੀਕੇ ਨਾਲ, ਜੇਕਰ ਇਹ ਆਵਾਜ਼ ਕਿਸੇ ਨੂੰ ਸੁਣਾਈ ਦਿੰਦੀ ਹੈ ਤਾਂ ਕੀ ਪਰਿਵਰਤਨ ਆ ਰਿਹਾ, ਇਸ ਬਾਰੇ ਗੱਲਬਾਤ ਕਰਦੇ ਹਾਂ। ਸੋ ਇਹ ਅਜੇ ਤੱਕ ਕਲੈਰੀਫਿਕੇਸ਼ਨ ਨਹੀਂ ਹੋਈਗੀ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਮੈਂ 10-12 ਸਾਲ ਦਾ ਸੀ, ਅੰਮ੍ਰਿਤ ਛਕ ਲਿਆ, ਮੈਂ ਪਾਠ ਕੀਤਾ, ਪਾਠ ਦੇ ਕਾਰਨ ਤੁਹਾਨੂੰ ਇਹ ਆਵਾਜ਼ ਸੁਣਾਈ ਦਿੱਤੀ ਗਈ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਮੈਡੀਕਲ ਚੈੱਕਅਪ ਵੀ ਕਰਾਇਆ, ਕੁਝ ਨਹੀਂ ਪਤਾ ਲੱਗਾ। ਪਰ ਹਰ ਇੱਕ ਧਰਮ ਉੱਤਮ ਹੈ ਜੀ। ਜਿਸ ਵੀ ਧਰਮ ਵਿੱਚ ਕੋਈ ਵਿਸ਼ਵਾਸ ਕਰਦਾ, ਅਸੀਂ ਕਹਿੰਦੇ ਹਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਧਰਮ ਇੱਕ ਜੀਵਨ ਜਾਂਚ ਹੈ। ਧਰਮ ਇੱਕ ਸਾਨੂੰ ਰਸਤਾ ਦੱਸਦੀ ਹੈ ਚੰਗਾ ਇਨਸਾਨ ਬਣਨ ਦੀ। ਸੋ ਸਟਾਰਟਿੰਗ ਫਰੋਮ A to B ਪੁਆਇੰਟ ਇੱਕ ਵੇ ਆਫ ਲਾਈਫ ਹੈਗੀ ਹੈ। ਧਰਮ ਇੱਕ ਡਾਇਰੈਕਸ਼ਨਸ ਨੇ, ਤੁਹਾਨੂੰ ਉਹ ਡਾਇਰੈਕਸ਼ਨਸ ਬਣੀਆਂ। ਤੁਸੀਂ ਤਾਂ ਬੜੇ ਮੈਂ ਕਹਾਂਗਾ ਬਖਸ਼ਿਸ਼ ਤੁਹਾਡੇ ਤੇ ਤਦ ਹੀ ਹੋਗੀ ਕਿ ਤੁਸੀਂ ਅੰਮ੍ਰਿਤ ਛਕ ਲਿਆ,
ਉਸ ਤੋਂ ਬਾਅਦ ਤੁਸੀਂ ਬਾਕੀ ਚੀਜ਼ਾਂ ਵੱਲ ਧਿਆਨ ਰਿਸਰਚ ਕਰਨੀ ਸ਼ੁਰੂ ਕਰਤੀ, ਜਿਹੜੀ ਕਿ ਅਗੇਨ ਸਿੱਖੀਜ਼ਮ ਕਹਿੰਦੀ ਕਿ ਜੀ ਬਿਲਕੁਲ ਸਾਨੂੰ ਖੋਜ ਕਰਨੀ ਚਾਹੀਦੀ ਤਾਂ ਕਿ ਸਾਨੂੰ ਪਤਾ ਲੱਗੇ ਸਾਡਾ ਮਕਸਦ ਕੀ ਇਸ ਜੀਵਨ ਤੇ ਆਉਣ ਦਾ। ਸੋ ਕੀ ਇਹ ਸਾਰਾ ਕੁਝ ਕਰਕੇ ਜਿਹੜਾ ਤੁਸੀਂ ਇੱਕ ਭੇਸ ਜਿਹੜਾ ਸਰੂਪ ਲਿਆ ਸੀ, ਤੁਸੀਂ ਅੰਮ੍ਰਿਤ ਛਕਿਆ, ਇਹ ਸਭ ਨੂੰ ਤੁਸੀਂ ਤਿਆਗ ਕੇ ਅੱਜ ਜਿਸ ਵੀ ਮਤਲਬ ਤੁਹਾਡੇ ਸਰੂਪ ਵਿੱਚ ਹੈਗੇ ਹੋ ਤੁਸੀਂ ਅੱਜ, ਇਸ ਨੂੰ ਛੱਡ ਕੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੈਗੇ ਹੋ, ਕਿ ਉੱਥੇ ਕੁਝ ਇੱਕ ਐਂਟੀਥੀਸਿਸ ਨਹੀਂ ਹੋ ਜਾਂਦਾ ਕਿ ਤੁਸੀਂ ਕੀਤਾ ਕੁਝ ਹੋਰ ਕਰ ਕੁਝ ਹੋਰ ਰਹੇ ਹੋ? ਇੱਕ ਕਨਫਿਊਜ਼ਨ ਨਹੀਂ ਤੁਹਾਨੂੰ ਨਜ਼ਰ ਆਉਂਦੀ? ਨਹੀਂ, ਉਹਦਾ ਵਜ੍ਹਾ ਆ ਕਿ ਸਾਡੀ ਮੰਜ਼ਿਲ ਕੀ ਆ ਜੀ। ਮੰਜ਼ਿਲ ਜਿਹੜੀ ਆ ਸਾਡੀ ਉਹ ਰੱਬ ਨੂੰ ਮਿਲਣਾ। ਠੀਕ। ਜਿਹੜੇ ਇਹ ਧਰਮ ਨੇ, ਇਹ ਧਰਮ ਜਿਹੜੇ ਆ ਇੱਕ ਜਿਹਦਾ ਮੀਨਸ ਆਫ ਟਰਾਂਸਪੋਰਟ ਆ। ਠੀਕ ਹੈ। ਕੋਈ ਟੈਕਸੀ ਨਾਲ ਆਉਂਦਾ, ਕੋਈ ਹਵਾਈ ਜਹਾਜ਼ ਨਾਲ ਆਉਂਦਾ, ਕੋਈ ਕਿਸ ਤਰੀਕੇ ਨਾਲ ਆਉਂਦਾ। ਬਿਲਕੁਲ ਬਿਲਕੁਲ। ਜਦੋਂ ਉਹ ਉਸ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਬੰਦਾ, ਉਸ ਤੋਂ ਟੈਕਸੀ ਛੱਡ ਦਿੰਦਾ, ਹਵਾਈ ਜਹਾਜ਼ ਵੀ ਛੱਡ ਦਿੰਦਾ। ਅਸੀਂ ਵੈਨਕੂਵਰ 에ਅਰਪੋਰਟ ਤੇ ਆਪਣਾ ਜਹਾਜ਼ ਵੀ ਛੱਡ ਆਉਂਦੇ ਆਪਣੇ। ਠੀਕ ਹੈ। ਰਾਈਟ। ਤੇ ਇਹ ਜਿਹੜੇ ਧਰਮ ਜਿਸ ਤਰੀਕੇ ਨਾਲ ਅਸੀਂ ਇਹਨੂੰ ਫੋਲੋ ਕਰਦੇ 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 ਆਪਣੀ ਮੰਜ਼ਿਲ ਤੇ ਜਾਂਦੇ ਆ ਜੀ, ਇਹ ਸਾਡੇ ਸਾਰੇ ਮੀਨਸ ਆਫ ਟਰਾਂਸਪੋਰਟ ਨੇ। ਉਹਨਾਂ ਦੀ ਸਾਨੂੰ ਫਿਰ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਹੋ। ਠੀਕ ਹੈ। ਇਸ ਤਰ੍ਹਾਂ ਹੀ ਬਾਬਾ ਮੇਰੇ ਖਿਆਲ ਫਰੀਦ ਜੀ ਦੀ ਗੱਲ ਹੈ ਜੀ, ਕਿ ਬਾਬਾ ਫਰੀਦ ਜੀ ਸੀ ਜਿਹੜੇ, ਤੇ ਉਹਨਾਂ ਨੇ ਜਿਹੜਾ 25 ਸਾਲ ਤੱਕ ਸ਼ਰੀਅਤ ਦਾ ਜਿਹੜਾ ਕਾਨੂੰਨ ਸੀ ਉਹਨੂੰ ਫੋਲੋ ਕਰਦੇ ਰਹੇ। ਓਕੇ। ਉਸ ਤੋਂ ਬਾਅਦ ਜਿਹੜਾ ਵੇ ਉਹ ਇੱਕਦਮ ਜਦੋਂ ਉਹ ਵੀ ਪਰਮਾਤਮਾ ਨੂੰ ਮਿਲੇ, ਉਹਨਾਂ ਦਾ ਵੀ ਸਾਰਾ ਉਹ ਸਿਸਟਮ ਚੇਂਜ ਹੋ ਗਿਆ ਸੀਗਾ। ਸੋ ਸਵਾਲ ਉਹੀ ਆ ਗਿਆ ਕਿ ਪਰਮਾਤਮਾ ਨੂੰ ਮਿਲਣ ਦੀ ਜਦੋਂ ਅਸੀਂ ਗੱਲ ਕੀਤੀ ਕਿ ਕੀ ਪਰਮਾਤਮਾ ਨੂੰ ਮਿਲਣਾ ਇਹ ਆਵਾਜ਼ ਆ ਜਾਣੀ ਤੇ ਕੀ ਇਹ ਪਰਮਾਤਮਾ ਦਾ ਮੇਲ ਹੋ ਗਿਆ? ਬਿਲਕੁਲ। ਓਕੇ। ਜਿਹੜਾ ਮੇਨ ਜਿਹੜਾ ਸਾਡੀ ਮੰਜ਼ਿਲ ਹੈ ਉਹ ਅਨਹਦ ਨਾਦ ਨੂੰ ਸੁਣਨਾ ਹੀ ਹੈ ਜੀ। ਹੁਣ ਅਨਹਦ ਨਾਦ ਜਿਹੜਾ ਉਹ ਪਰਮਾਤਮਾ ਦੀ ਵਾਇਸ ਹੈ। ਓਕੇ। ਤੁਹਾਨੂੰ ਅੱਗੇ ਹੀ ਦੱਸਿਆ ਇੱਕ ਪਰਮਾਤਮਾ એનર્ਜੀ ਆ। ਠੀਕ ਹੈ। ਹੁਣ ਅਗਲੇ ਟੌਪਿਕ 'ਚ ਅਸੀਂ ਜਦੋਂ ਗੱਲਬਾਤ ਕਰਾਂਗੇ ਆਤਮਾ ਬਾਰੇ ਗੱਲ ਕਰਾਂਗੇ ਕਿ ਵੀ ਸਾਡੇ ਅੰਦਰ ਕੀ ਆਤਮਾ ਵੀ ਹੈਗੀ ਕਿ ਨਹੀਂ ਹੈਗੀ ਜੀ। ਜੇ ਹੈਗੀ ਹੈ ਤੇ ਕਿੱਥੇ ਆ, ਜਾਂ ਧਰਮਰਾਜ ਹੈ ਕਿੱਥੇ, ਉਹਦਾ ਹਿਸਾਬ ਕਿਤਾਬ ਦੇਣਾ ਪੈਂਦਾ ਜਾ ਕੇ। ਨਹੀਂ, ਨਾ ਕੋਈ ਧਰਮਰਾਜ ਹੈ ਨਾ ਕੋਈ ਆਤਮਾ ਸਾਡੇ ਅੰਦਰ ਆਂਦੀ ਆ ਜੀ। ਇੱਕ એનર્ਜੀ ਆ ਸਾਡੇ ਅੰਦਰ। ਓਕੇ। ਜਿਹੜੀ એનર્ਜੀ ਜਿਹੜੀ ਆ, ਜਿੱਦਾਂ ਜਿਹੜੀ ਫਿਲਾਸਫੀ ਸਾਰੀ ਇੱਕੋ ਹੀ ਆ, ਦੋ ਫਿਲਾਸਫੀਆਂ ਨਹੀਂ ਹੈ ਜੀ। ਧਰਮਰਾਜ ਦੀ ਫਿਲਾਸਫੀ ਜਿਹੜੀ ਉਹ ਗਲਤ ਆ। ਓਕੇ। ਜਿਹੜੀ ਇਹ ਫਿਲਾਸਫੀ ਹੈ ਠੀਕ ਹੈਗੀ ਆ, ਇਹ ਸਾਇੰਟੀਫਿਕ ਫਿਲਾਸਫੀ ਹੈ ਜਿਹੜੀ ਇਹ ਹੈਗੀ ਆ। ਜਿਹੜੀ ਧਰਮਰਾਜ ਦੀ ਜਿਹੜੀ ਫਿਲਾਸਫੀ ਉਹ ਨੈਕਸਟ ਟਾਈਮ ਜਦੋਂ ਆਵਾਂਗੇ ਸਾਰੇ ਉਹਦੇ ਰੈਫਰੈਂਸ ਦਿਆਂਗਾ ਤੁਹਾਨੂੰ ਮੈਂ। એનર્ਜੀ ਨੂੰ ਤਾਂ ਵੇਖਿਆ ਨਹੀਂ ਜਾ ਸਕਦਾ, ਫਿਰ ਮਿਲਾਪ ਸੁਣਿਆ ਜਾ ਸਕਦਾ। ਸੋ એનર્ਜੀ ਨੂੰ ਤੁਸੀਂ ਕਹਿੰਦੇ ਸੁਣਿਆ ਜਾ ਸਕਦਾ। ਓਕੇ। ਅਸੀਂ ਉਹ ਸੁਣ ਕੇ ਜਿਹੜਾ ਉਹੀ ਸਾਰੇ ਭਗਤਾਂ ਨੇ ਸੁਣਿਆ, ਉਹੀ ਸਾਰੇ ਗੁਰੂਆਂ ਨੇ ਸੁਣਿਆ, ਉਸ એનર્ਜੀ ਨੂੰ ਸੁਣ ਕਰਕੇ ਉਹਨਾਂ ਨੇ ਬਿਆਨ ਕੀਤਾ ਵੀ ਉਹ ਧੁਨ ਵੱਜਦੀ ਪਈ ਆ। ਓਕੇ। ਸੋ ਇਹ ਚੀਜ਼ ਨੂੰ ਗ੍ਰਹਿਣ ਕਰਕੇ ਜਾਂ ਸੁਣਨ ਦੇ ਨਾਲ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਆਮ ਜਨਤਾ ਨਾਲੋਂ ਸੁਪੀਰੀਅਰ ਹੋ ਗਏ ਹੋ, ਤੁਸੀਂ ਉਸ ਲੈਵਲ ਤੇ ਪਹੁੰਚ ਗਏ ਹੋ ਕਿ ਤੁਸੀਂ ਇਹ ਬ੍ਰਹਿਮੰਡ, ਇਹ ਜੋ ਜੀਵਨ ਦਾ ਮਕਸਦ ਇਸ ਨੂੰ ਸਮਝ ਸਕੇ ਹੋ? ਮੈਂ ਸੁਪੀਰੀਅਰ ਤਾਂ ਨਹੀਂ ਗਿਣਦਾ ਆਪਣੇ ਆਪ ਨੂੰ, ਤੇ ਮੈਂ ਤਾਂ ਇੱਕ ਨਿਮਾਣਾ ਜਿਹਾ ਬੰਦਾ ਹੀ ਹਾਂ, ਟੈਕਸੀ ਡਰਾਈਵਰ ਚਲਾਉਂਦਾ ਰਿਹਾ, ਟੈਕਸੀ ਚਲਾਉਂਦਾ ਰਿਹਾ ਜੀ। ਸੋ ਸੁਪੀਰੀਅਰ ਨਹੀਂ ਮੈਂ ਗਿਣਦਾ ਆਪਣੇ ਆਪ ਨੂੰ ਜੀ। ਲੇਕਿਨ ਇੰਨਾ ਹੈ ਕਿ ਜਿਹੜਾ ਮੇਰਾ ਦਿਮਾਗ ਹੈ, ਪਹਿਲੇ ਮੈਂ ਛੋਟੇ ਲੈਵਲ ਤੇ ਸੋਚਦਾ ਸੀ, ਠੀਕ, ਹੁਣ ਮੈਂ ਵੱਡੇ ਲੈਵਲ ਤੇ ਸੋਚਣ ਲੱਗ ਪਿਆ। ਜਿਹੜੀ ਥਿੰਕਿੰਗ ਆ ਉਹ ਚੇਂਜ ਹੋ ਗਈ ਆ। ਜਿੱਦਾਂ ਮੈਂ 84 ਤਲਵਾਰ ਲੈ ਕੇ ਲੋਕਾਂ ਦੇ ਮਗਰ ਭਜਦਾ ਰਿਹਾ, ਠੀਕ, ਉਹ ਮੈਂ ਕਹਿੰਦਾ ਮੈਂ ਤੇ ਬੇਵਕੂਫ ਬੰਦਾ ਸੀ, ਕੀ ਕਰਦਾ ਰਿਹਾ ਮੈਂ। ਹਾਂ ਜੀ। ਤੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ, ਇਹ ਕਿਹਨੂੰ ਮੈਂ ਵੱਢਣ ਜਾ ਰਿਹਾ ਜੀ, ਉਹਦੇ ਵਿੱਚ ਵੀ ਤਾਂ ਰੱਬ ਹੀ ਹੈ ਜਿਹਨੂੰ ਵੱਢਣ ਜਾ ਰਿਹਾ। ਰਾਈਟ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇੱਕਦਮ ਥਿੰਕਿੰਗ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ। ਓਕੇ। ਬਸ। ਸੋ ਰੱਬ એનર્ਜੀ ਹੈ ਅਤੇ એનર્ਜੀ ਨੂੰ ਸੁਣਿਆ ਜਾ ਸਕਦਾ ਹੈ, ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਠੀਕ ਹੈ। ਬਾਕੀ ਜਦੋਂ ਤੁਸੀਂ ਸੁਣਦੇ ਹੋ ਤੁਹਾਡੀ ਥਿੰਕਿੰਗ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ। ਧੰਨਵਾਦ ਜੀ। ਇਸ ਵਿਸ਼ੇ ਦੇ ਉੱਤੇ ਅਗੇਨ ਬਹੁਤ ਸਾਰੇ ਇਫਸ ਐਂਡ ਬਟਸ ਹੈਗੇ ਨੇ, ਤੇ ਇਹ ਤਾਂ ਅਗੇਨ ਐਕਸਪੀਰੀਐਂਸ਼ੀਅਲ ਜਿਹੜੀ ਤੁਸੀਂ ਗੱਲ ਕੀਤੀ ਹੈ, ਇਸ ਦੇ ਉੱਤੇ ਮੈਂ ਕਿੰਤੂ ਪਰੰਤੂ ਕੋਈ ਨਹੀਂ ਕਰਦਾ। ਲੇਕਿਨ ਸਵਾਲ ਫਿਰ ਉਹੀ ਆ ਜਾਂਦਾ ਹੈਗਾ ਕਿ ਇਹ ਸਾਰਾ ਕਰਨ ਦੇ ਬਾਅਦ ਕਿੱਥੇ ਅਸੀਂ ਪਹੁੰਚੇ। ਵਿਸ਼ਾਲ ਸੋਚ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜੇਕਰ ਇੱਕ ਵਿਅਕਤੀ ਜਿਸ 'ਤੇ ਬਖਸ਼ਿਸ਼ ਨਹੀਂ ਹੋਈ, ਜੇਕਰ ਉਹ ਆਪਣੇ ਜੀਵਨ ਵਿੱਚ ਇਹ ਸੋਚ ਲਾਏ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨਵੋ, ਹਰ ਚੀਜ਼ ਵਿੱਚ ਉਹ ਰੱਬ ਵੇਖੇ, ਕਿਸੇ ਦਾ ਨੁਕਸਾਨ ਨਾ ਕਰੇ, ਇਮਾਨਦਾਰੀ ਨਾਲ ਜੀਵਨ ਜੀਏ, ਕਿਸੇ ਦਾ ਹੱਕ ਨਾ ਮਾਰੇ, ਜੋ ਹੱਕ ਹਲਾਲ ਦੀ ਕਮਾਈ ਹੈ ਉਸ ਦੇ ਉੱਤੇ ਹੀ ਨਿਰਭਰ ਕਰੇ, ਇਸ ਸਮਾਜ ਦੇ ਵਿੱਚ ਜਿੱਥੇ ਆਪਣੇ ਵਿੱਚ ਪਰਿਵਰਤਨ ਲਿਆਏ, ਆਪਣੇ ਘਰ ਦੇ ਵਿੱਚ ਚੇਂਜ ਲਿਆਏ, ਹਰ ਕਿਸੇ ਦੇ ਵਿੱਚ ਨਿਮਾਣਾ ਹੋ ਕੇ ਜੀਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਏ, ਤੇ ਚੰਗੇ ਗੁਣ ਜਿਹਦੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਉਹ ਗੁਣਾਂ ਨੂੰ ਜੇਕਰ ਆਧਾਰ ਬਣਾ ਲੇ ਤਾਂ ਫਿਰ ਇਹ ਜੀਵਨ ਦਾ ਮਕਸਦ ਜੋ ਹੈ ਉਹ ਉਸ ਨੂੰ ਸ਼ਾਇਦ ਪਤਾ ਹੋ ਜਾਏਗਾ, ਤੇ ਸ਼ਾਇਦ ਉਸ ਨੂੰ ਲੋੜ ਨਹੀਂ ਪਏਗੀ ਕਿ ਉਹ ਇਹ ਧੁਨਾਂ ਨੂੰ ਸੁਣਨ ਤੱਕ ਹੀ ਰਹਿ ਜਾਏ। ਪਰ ਅਗੇਨ ਇਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੀ, ਸ਼ੋਰ, ਕਿ ਇਹ ਦੇਖੋ ਦੁਨੀਆ ਦੇ ਕਿੰਨੇ, ਪੰਜਾਬ ਦੇ ਅੰਦਰ ਕਿੰਨੇ ਬਾਬੇ ਵਗੈਰਾ ਨੇ ਜੀ। ਬਿਲਕੁਲ।
ਕਈ ਵਾਰੀ ਮੈਂ ਸੋਚਦਾ ਕਿ ਵੀ ਮੈਂ ਇਹ ਸਾਰਾ ਕੁਝ ਸੁਣਦਾ ਪਿਆ, ਸਾਰਾ ਕੁਝ ਕਰਦਾ ਪਿਆ, ਇਸ ਦੇ ਬਾਵਜੂਦ ਮੈਨੂੰ ਅੱਗੇ ਪਿੱਛੇ ਦਾ ਨਹੀਂ ਸਮਝ ਆ ਰਹੀ ਹੈ। ਠੀਕ ਹੈ। ਉਹ ਬਾਬੇ ਜਿਹਨਾਂ ਨੇ ਕੁਝ ਸੁਣਿਆ ਨਹੀਂ, ਕੁਝ ਦੇਖਿਆ ਨਹੀਂਗਾ ਜੀ, ਉਹ ਪਤਾ ਨਹੀਂ ਕਿੱਦਾਂ ਦੁਨੀਆ ਨੂੰ ਲੁੱਟੀ ਜਾਂਦੇ ਪਿਆ। ਉਹ ਬਿਲਕੁਲ ਉਹ ਜਿਹੜਾ ਇੱਕ ਜਿਹੜੇ ਹੁਣ ਜੋਤਸ਼ੀ ਵਗੈਰਾ ਨੇ, ਜੀ ਜੀ ਜੀ, ਹੁਣ ਇਹ ਸਾਰਾ ਜਿਹੜਾ ਇੱਕ ਬਿਜ਼ਨਸ ਚਲਾ ਰੱਖਿਆ ਉਹਨਾਂ ਨੇ। ਰਾਈਟ। ਇਹ ਹੋਰ ਕੁਝ ਵੀ ਨਹੀਂਗਾ। ਠੀਕ। ਜਦੋਂ ਇਹ ਚੀਜ਼ਾਂ ਸਮਝ ਆਉਂਦੀਆਂ ਨੇ, ਮੈਂ ਕਦੀ ਕਿਸੇ ਜੋਸ਼ੀ ਕੋਲ ਨਹੀਂ ਗਿਆ, ਨਾ ਕਿਸੇ ਬਾਬੇ ਕੋਲ ਗਿਆ। ਸੋ ਆਪਣੇ ਆਪ ਉਹ ਜੀਵਨ ਦੇ ਵਿੱਚ ਆਪਣੇ ਆਪ, ਕਿਉਂਕਿ ਸਾਡਾ ਰਸਤਾ ਰੱਬ ਦਾ, ਜੇਕਰ ਅਸੀਂ ਜੋ ਵੀ ਜਿਸ ਤਰੀਕੇ ਨਾਲ ਵੀ ਅਸੀਂ ਮਿਲਣਾ ਹੈ, ਕੁਝ ਪਤਾ ਨਹੀਂ ਕੀ ਰਸਤਾ ਹੈ, ਕੀ ਕਰਨਾ ਹੈਗਾ, ਲੇਕਿਨ ਉਹਦੇ ਵਾਸਤੇ ਸਾਨੂੰ ਆਪ ਉਪਰਾਲਾ ਕਰਨਾ ਚਾਹੀਦਾ। ਮਿਡਲਮੈਨ ਤੇ ਤਾਂ ਸਿੱਖੀਜ਼ਮ ਦੇ ਵਿੱਚ ਕੋਈ ਥਾਂ ਹੀ ਨਹੀਂ ਹੈ। ਬਹਰਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਪਣੇ ਪਰਸਪੈਕਟਿਵ ਲੈ ਕੇ ਆਏ ਹੋ। ਅਗੇਨ ਇਸ ਦੇ ਬਾਰੇ ਵੀ ਕਿਸੇ ਦਿਨ ਮੈਂ ਚਾਹਾਂਗਾ ਕਿ ਇੱਕ ਹੋਰ ਕਿਸੇ ਹੋਰ ਵਿਅਕਤੀ ਨੂੰ ਨਾਲ ਬਿਠਾ ਕੇ ਅਸੀਂ ਵਿਸਥਾਰ ਵਿੱਚ ਡਿਸਕਸ਼ਨ ਕਰੀਏ ਜਿਹੜੇ ਕਿ ਗਿਆਨੀ ਨੇ, ਤਾਂ ਕਿ ਥੋੜ੍ਹਾ ਜਿਹਾ ਹੋਰ ਕਲੈਰੀਫਾਈ ਹੋ ਸਕੇ, ਕਿਉਂਕਿ ਇਸ ਨਾਲ ਕਨਫਿਊਜ਼ਨ ਥੋੜੀ ਜਿਹੀ ਮੈਨੂੰ ਲੱਗ ਰਿਹਾ ਜ਼ਿਆਦਾ ਹੋਈ ਹੈ ਬਜਾਏ ਕਿ ਕੁਝ ਕਲੈਰੀਫਿਕੇਸ਼ਨ ਹੁੰਦੀ। ਪਰ ਇਹ ਤੁਹਾਡੀ ਆਪਣੀ ਰਿਸਰਚ ਹੈ। ਧੰਨਵਾਦ ਐਂਡ ਬੈਸਟ ਵਿਸ਼ੇਸ ਜੀ। ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰਨਾ harpreetsing@gmail.com। ਇਸ ਪ੍ਰੋਗਰਾਮ ਵਿੱਚ ਸਾਡਾ ਮਕਸਦ ਹੁੰਦਾ ਹੈ ਕਿ ਵੱਖਰੀ ਵੱਖਰੀ ਜਿਹੜੀ ਸੋਚ ਹੈ ਉਸ ਨੂੰ ਅੱਗੇ ਲੈ ਕੇ ਆਈਏ, ਤੇ ਇਹ ਆਮ ਵਿਅਕਤੀ ਦਾ ਪ੍ਰੋਗਰਾਮ ਹੈ। ਇਸ ਵਿੱਚ ਇਹ ਨਹੀਂ ਕਿ ਕੋਈ ਵਿਅਕਤੀ ਜਿਹੜਾ ਕਿ ਆਪਣੇ ਆਪ ਨੂੰ ਕਲੇਮ ਕਰਦਾ ਹੈ, ਜਿਸ ਨੂੰ ਨੌਲੇਜ ਹੈ ਜਾਂ ਨਹੀਂ ਹੈ, ਉਹੀ ਆ ਸਕਦਾ ਹੈ। ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਹਾਂ, ਜੇਕਰ ਤੁਸੀਂ ਵੀ ਕੋਈ ਰਿਸਰਚ ਕੀਤੀ ਹੈ, ਕੋਈ ਸਾਡੇ ਨਾਲ ਗੱਲਬਾਤ ਕਰਨਾ ਚਾਹੋ, ਦੁਨੀਆ ਦੇ ਸਾਹਮਣੇ ਕੋਈ ਪਰਸਪੈਕਟਿਵ ਲੈਣਾ ਚਾਹੋ, ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।